ਕਿਸਾਨ ਅੰਦੋਲਨ ਦੇ ਅੰਦਰ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਉਵੇਂ-ਉਵੇਂ ਵੱਧਦੀ ਜਾ ਰਹੀ ਹੈ ਜਿਵੇਂ-ਜਿਵੇਂ ਅੰਦੋਲਨ ਸਿਖਰਾਂ ਵੱਲ ਵੱਧਦਾ ਜਾ ਰਿਹਾ। ਤਾਂ ਉਸੇ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਕਿਸਾਨ ਆਗੂ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ, ਆਖਰਕਾਰ ਉਹ ਅਗਵਾਈ ਦੇ ਵਿੱਚ ਉਹਨਾਂ ਨੂੰ ਕੀ ਕੁਝ ਚੁਣੌਤੀਆਂ ਨੇ ਔਰ ਉਹਨਾਂ ਚੁਣੌਤੀਆਂ ਨੂੰ ਪਾਰ ਕਰਨ ਦੇ ਲਈ ਉਹ ਕੀ ਕੁਝ ਹੀਲਾ ਕਰ ਰਹੇ ਨੇ ਜਾਂ ਕਿੱਥੋਂ ਤੱਕ ਹੀਲਾ ਹੁਣ ਤੱਕ ਹੋਇਆ। ਇਹ ਸਾਰੀ ਗੱਲ ਕਰਾਂਗੇ। ਸਾਡੇ ਨਾਲ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਪੰਜਾਬ ਦੇ ਆਗੂ ਨੇ ਬਲਕਰਨ ਸਿੰਘ ਬਰਾੜ, ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਬਹੁਤ ਜ਼ਬਰਦਸਤ ਵਿਰੋਧ ਕੀਤਾ। ਪਹਿਲਾਂ ਪੰਜਾਬ ਦੇ ਅੰਦਰ, ਹਰਿਆਣੇ ਤੋਂ ਸ਼ੁਰੂਆਤ ਹੁੰਦੀ ਆ, ਪੂਰੇ ਦੇਸ਼ 'ਚ ਅੰਦੋਲਨ ਗਿਆ। ਉਸ ਤੋਂ ਬਾਅਦ ਲਗਾਤਾਰ 2.5 ਮਹੀਨੇ ਹੋ ਗਏ ਇੱਥੇ ਬੈਠੇ ਹੋਏ ਹੋ ਦਿੱਲੀ ਦੀਆਂ ਬਰੂਹਾਂ ਤੇ। ਫਿਰ ਵੀ ਪ੍ਰਧਾਨ ਮੰਤਰੀ ਜਦੋਂ ਦੇਸ਼ ਦੇ ਇਹ ਕਹਿਣ ਪਾਰਲੀਮੈਂਟ ਦੇ ਅੰਦਰ ਕਿ ਅੰਦੋਲਨ, ਮੈਂ ਅਪੀਲ ਕਰਦਾ ਕਿਸਾਨਾਂ ਨੂੰ ਕਿ ਅੰਦੋਲਨ ਖਤਮ ਕਰ ਦਿਓ, ਇੰਨੇ ਜ਼ਬਰਦਸਤ ਵਿਰੋਧ ਦੇ ਬਾਅਦ ਪ੍ਰਧਾਨ ਮੰਤਰੀ ਇਹ ਅਪੀਲ ਕਰ ਰਿਹਾ ਤੁਹਾਨੂੰ। ਦੇਖੋ, ਪਹਿਲੇ ਦਿਨ ਤੋਂ ਜਦੋਂ ਤੋਂ ਇਹ ਆਰਡੀਨੈਂਸ ਲਿਆਂਦੇ ਗਏ ਹੈ, 5 ਜੂਨ ਨੂੰ ਆਰਡੀਨੈਂਸ ਲਿਆਂਦੇ ਗਏ ਤੇ 6 ਜੂਨ ਨੂੰ ਅਸੀਂ ਮੰਦਸੌਰ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਪਰ ਜਿਹੜੇ ਮਿਨੀਮਮ ਸਪੋਰਟਸ ਪ੍ਰਾਈਸ ਤੇ ਲੜਾਈ ਲੜ ਰਹੇ ਸੀ, ਉਹਨਾਂ ਦੇ ਵਿੱਚ ਗੋਲੀ ਚਲਾ ਕੇ 3 ਸਾਲ ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦਾ ਇੱਕ ਦਿਨ ਮਨਾ ਰਹੇ ਸੀ, ਸ਼ਹੀਦੀ ਦਿਨ, ਤੇ ਅਸੀਂ ਉਸੇ ਦਿਨ ਹੀ ਇਸ ਬਿੱਲ ਆਏ ਹੈ, ਆਰਡੀਨੈਂਸ ਆਏ ਜਦੋਂ, ਤੇ ਅਸੀਂ ਜ਼ਬਰਦਸਤ ਇਹਨਾਂ ਦਾ ਵਿਰੋਧ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਭਗ 6-7 ਮਹੀਨੇ ਹੋ ਗਏ ਨੇ। ਪਹਿਲਾਂ ਸਟੇਟਾਂ ਦੇ ਵਿੱਚ ਅੰਦੋਲਨ ਚੱਲਿਆ, ਹੁਣ ਅਸੀਂ ਦਿੱਲੀ ਦੇ ਵਿੱਚ ਬੈਠੇ, ਸਾਨੂੰ 75-76 ਦਿਨ ਹੋ ਗਏ ਨੇ ਅੱਜ। ਤੇ ਅਸੀਂ ਉਸ ਦਿਨ ਤੋਂ ਇਹਨਾਂ ਤਿੰਨਾਂ ਮਤਲਬ ਕਿ ਇਸ ਸਮੇਂ ਦੇ ਦੌਰਾਨ ਸਰਕਾਰ ਨੇ ਆਰਡੀਨੈਂਸ ਤੋਂ ਬਿੱਲ ਹੈ ਜਿਹੜੇ ਉਹ ਕਾਨੂੰਨ ਬਣਾਤੇ। ਪਾਰਲੀਮੈਂਟ ਦੇ ਵਿੱਚ ਗੈਰ ਵਿਧਾਨਕ ਤਰੀਕੇ ਦੇ ਨਾਲ ਬਿਨਾਂ ਬਹਿਸ ਕਰਾਇਆ ਰਾਜ ਸਭਾ 'ਚ ਮੈਂਬਰਾਂ ਨੂੰ ਬਾਹਰ ਕੱਢਿਆ ਗਿਆ, ਵੋਟਿੰਗ ਨਹੀਂ ਕਰਵਾਈ ਗਈ। ਇਹ ਸਾਰਾ ਕੁਝ ਦੇਸ਼ ਦੇ ਸਾਹਮਣੇ ਹੈ। ਤੇ ਉਸ ਦਿਨ ਤੋਂ ਵਿਰੋਧ ਆ ਜਿਹੜਾ ਉਹ ਪਹਿਲਾਂ ਪੰਜਾਬ ਦਾ ਸੀ, ਪੰਜਾਬ ਦੇ ਕਿਸਾਨ ਨੇ ਸ਼ੁਰੂ ਕੀਤਾ, ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤਾ। ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇਹ ਸਮਾਜ ਦਾ ਅੰਦੋਲਨ ਬਣਿਆ, ਵਪਾਰੀ, ਆੜ੍ਹਤੀਆ, ਮਜ਼ਦੂਰ ਸਾਰੇ ਲੋਕ ਇਸ 'ਚ ਸ਼ਾਮਲ ਹੋਏ। ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਵੀ ਇਹ ਵਿਰੋਧ ਹੋਇਆ, ਉੱਥੇ ਵੀ ਲੋਕ ਸ਼ਾਮਲ ਹੋ ਗਏ। ਸਵਾਲ ਤਾਂ ਹੀ ਇਹ ਕੀਤਾ ਹੈ ਕਿ ਜਿਵੇਂ ਤੁਸੀਂ ਸਾਰੀ ਕਹਾਣੀ ਦੱਸ ਰਹੇ ਹੋ ਕਿ ਕਿਵੇਂ ਸ਼ੁਰੂਆਤ ਹੁੰਦੀ ਹੈ, ਇੱਥੋਂ ਤੱਕ ਅੱਜ ਦੇ ਦਿਨ ਤੱਕ ਅਸੀਂ ਪਹੁੰਚਦੇ ਹਾਂ, ਫਿਰ ਵੀ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿ ਰਹੇ ਆ ਕਿ ਕਿਸਾਨ ਅੰਦੋਲਨ ਹੈ ਜਿਹੜਾ ਚੱਲ ਰਿਹਾ ਖਤਮ ਕਰ ਦਿਓ। ਮੈਂ ਇਹਦੇ 2 ਕਾਰਨ ਸਮਝਦਾ। ਇੱਕ ਤਾਂ ਜਿਹੜੀ ਇਹ ਸਰਕਾਰ ਹੈ, ਇਹ ਇੰਨੀ ਠੰਡ ਤੇ ਇੰਨੇ ਅੰਦੋਲਨ ਦੇ ਬਾਵਜੂਦ ਵੀ 200 ਦੇ ਲਗਭਗ ਸਾਡੇ ਕਿਸਾਨ ਸਾਥੀ ਸ਼ਹੀਦ ਹੋ ਚੁੱਕੇ ਹੈ, ਤੇ ਮੇਰਾ ਖਿਆਲ ਲੱਖਾਂ ਤਾਂ ਨਹੀਂ ਕਰੋੜਾਂ ਦੇ ਵਿੱਚ ਇਸ ਅੰਦੋਲਨ ਦਾ ਖਰਚਾ ਵੀ ਜਾ ਚੁੱਕਿਆ ਹੈ। ਕਰੋੜਾਂ ਲੋਕ ਖਰਚ ਚੁੱਕੇ ਆ। ਜਿਹੜੇ ਆਪਣੇ ਰੋਜ਼ਾਨਾ ਦਿਹਾੜੀਆਂ ਇੱਥੇ ਭੰਨ ਰਹੇ ਨੇ ਉਹ ਵੱਖਰੀਆਂ ਨੇ, ਉਹਨਾਂ ਦਾ ਹਿਸਾਬ ਲਾਇਆ ਜਾਵੇ ਤਾਂ 1 ਅਰਬ ਤੋਂ ਵੀ ਉੱਪਰ ਚਲੇ ਜਾਵਾਂਗੇ ਅਸੀਂ। ਤੇ ਪਰ ਇਹ ਕਿਸਾਨ ਜਿਹੜਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹ ਸਰਕਾਰ ਹੈ, ਇੱਕ ਤਾਂ ਉਹ ਪੂਰੇ ਕਾਰਪੋਰੇਟ ਘਰਾਣੇ ਨੇ ਪਿੱਛੇ ਤੋਂ ਗਿੱਚੀ ਇਹਦੀ ਪਕੜੀ ਹੋਈ ਹੈ। ਸਾਡੇ ਦੇਸ਼ ਦਾ ਜਿਹੜਾ ਕਾਰਪੋਰੇਟ ਘਰਾਣੇ ਨੇ ਤੇ ਵਿਦੇਸ਼ਾਂ ਦੇ ਵੱਡੀਆਂ ਵੱਡੀਆਂ ਕੰਪਨੀਆਂ, ਅਮਰੀਕਾ ਤੱਕ ਜਦੋਂ ਇਹਨਾਂ ਦੇ ਹੱਕ ਦੇ ਵਿੱਚ ਬਿਆਨ ਆਉਂਦੇ ਆ ਸਰਕਾਰਾਂ ਦੇ ਵੀ ਇਹ ਕਾਨੂੰਨ ਸਹੀ ਹੈ, ਤਾਂ ਇਸ ਅੰਦੋਲਨ ਦੀ ਇੱਕ ਖਾਸੀਅਤ ਆ ਵੀ ਇਹ ਤੋਂ ਵਿਦੇਸ਼ੀ ਸਰਕਾਰਾਂ ਵੀ ਕੰਬ ਰਹੀਆਂ, ਵੀ ਇਕੱਲਾ ਮੋਦੀ ਨਹੀਂ, ਅੰਦਰੋਂ ਅੰਦਰ ਹੀ ਡਰੇ ਹੋਏ ਹੈ। ਦੂਜੀ ਗੱਲ ਹੈ, ਇਹ ਗੈਰ ਸੰਜੀਦਾ ਲੋਕ ਹੈ ਜਿਨ੍ਹਾਂ ਦਾ ਆਪਦੇ ਦੇਸ਼ ਦੇ ਨਾਲ ਕੋਈ ਪਿਆਰ ਨਹੀਂ, ਕੋਈ ਇਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ। ਇਹ ਤਾਂ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਵੱਡੀਆਂ ਉਹ ਗੱਲਾਂ ਹੈਗੀਆਂ ਨੇ, ਇਹ ਤਾਂ ਆਪਦੇ ਦੇਸ਼ ਦੇ ਜਵਾਨਾਂ ਨੂੰ ਮਰਵਾ ਕੇ ਵੀ ਗੱਦੀ ਇਹਨਾਂ ਨੇ ਮਤਲਬ ਕਿ ਸਾਂਭੀ ਹੈ। ਉਸ ਗੱਲ ਨੂੰ ਜੇ ਦੇਸ਼ ਦੇ ਜਿਹੜੇ ਸੈਨਿਕ ਸ਼ਹੀਦ ਹੁੰਦੇ ਨੇ ਬਾਰਡਰਾਂ ਦੇ ਉੱਪਰ ਜਾਂ ਕਸ਼ਮੀਰ ਜਾਂ ਹੋਰ ਥਾਵਾਂ 'ਤੇ, ਉਸ ਦਾ ਵੀ ਇਹ ਮੁੱਲ ਵੱਟਦੇ ਨੇ। ਇਹਨਾਂ ਦੀਆਂ ਸਰਕਾਰਾਂ ਦੇ ਦੌਰਾਨ ਕਫਨਾਂ ਦੇ ਵਿੱਚੋਂ ਵੀ ਪੈਸੇ ਖਾਧੇ ਗਏ। ਇਹ ਗੱਲਾਂ ਇਹਨਾਂ ਦੀ ਗੈਰ ਸੰਜੀਦਗੀ ਨੂੰ ਦਰਸਾਉਂਦੀਆਂ ਨੇ ਵੀ ਜਦੋਂ ਪ੍ਰਧਾਨ ਮੰਤਰੀ ਐਡੇ ਵੱਡੇ ਅੰਦੋਲਨ 'ਚੋਂ, ਜਿਸ ਦੇ ਵਿੱਚ ਅੱਜ ਲੱਖਾਂ ਲੋਕ ਸ਼ਾਮਲ ਨੇ ਤੇ ਇੰਨੇ ਲੰਮੇ ਸਮੇਂ ਤੋਂ ਇੰਨਾ ਖਰਚਾ ਕਰ ਰਹੇ ਨੇ ਤੇ ਅੰਦੋਲਨ ਕਰ ਰਹੇ ਨੇ, ਅੰਦੋਲਨ ਸਾਰੀਆਂ ਸਟੇਟਾਂ 'ਚ ਫੈਲ ਚੁੱਕਾ ਹੈ। ਉਹ ਕਿਤੇ ਘੱਟ ਵੱਧ ਤਾਂ ਹੋ ਸਕਦਾ, ਪਰ ਇਹ ਨਹੀਂ ਹੋ ਸਕਦਾ ਵੀ ਅੰਦੋਲਨ ਕਿਤੇ ਵੀ ਨਾ ਹੋਵੇ। ਇਹ ਬਿਲਕੁਲ ਗੈਰ ਸੰਜੀਦਾ ਲੋਕ ਹੈ ਜਿਹੜੇ ਮਤਲਬ ਕਿ ਦੇਸ਼ ਦੀ ਸੱਤਾ ਤੇ ਕਾਬਜ ਹੋਏ ਬੈਠੇ ਨੇ। ਜਿਹੜੀ ਗੱਲ ਦੀ ਤੁਸੀਂ ਲਗਾਤਾਰ ਨਖੇਦੀ ਕਰਦੇ ਰਹੇ ਹੋ ਕਿ ਸਾਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਇਹ ਗੱਲਾਂ ਨਹੀਂ ਮਨਜ਼ੂਰ। ਇੱਕ ਮੰਡੀ ਵਾਲੇ ਕਾਨੂੰਨ ਦੀ ਗੱਲ ਕਰੀਏ ਕਿ ਖੁੱਲ੍ਹਾ ਬਾਜ਼ਾਰ ਕਰਤਾ ਉਹਨਾਂ ਨੇ ਪਾਰਲੀਮੈਂਟ 'ਚ, ਬਕਾਇਦਾ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਉਹਨਾਂ ਨੇ ਇੱਕ ਬਾਜ਼ਾਰ ਦੀ ਗੱਲ ਕਹੀ ਸੀ, ਤੇ ਹੁਣ ਕੁਝ ਲੋਕ ਹੈ ਉਸੇ ਗੱਲ ਤੋਂ ਯੂ ਟਰਨ ਲੈ ਰਹੇ ਆ। ਉਹ ਕਾਂਗਰਸ ਨੂੰ ਵੀ ਕਿਤੇ ਨਾ ਕਿਤੇ ਕਹਿ ਰਹੇ ਸੀ, ਨਾਲ ਹੀ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਇੱਕ ਬਾਜ਼ਾਰ ਦਾ, ਉਸੇ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਗੱਲ ਪ੍ਰਧਾਨ ਮੰਤਰੀ ਉਸ ਸਮੇਂ ਦੇ ਡਾਕਟਰ ਮਨਮੋਹਨ ਸਿੰਘ ਨੇ ਗੱਲ ਕਹੀ, ਉਸੇ ਤੋਂ ਯੂ ਟਰਨ ਕਿਉਂ ਲਿਆ ਜਾ ਰਿਹਾ। ਫਿਰ ਮਨਮੋਹਨ ਸਿੰਘ ਦੇਖੋ, ਇਹ ਜਿਹੜੀਆਂ WTO ਦੀਆਂ ਪਾਲਿਸੀਆਂ ਹੈ, ਇਹਨਾਂ ਨੂੰ ਲਿਆਉਣ ਵਾਲੀ ਕਾਂਗਰਸ ਸਰਕਾਰ ਹੈ ਦੇਸ਼ ਦੇ ਵਿੱਚ।
ਅੰਤਰਰਾਸ਼ਟਰੀ ਸਮਝੌਤਾ ਹੋ ਗਿਆ। ਚਲੋ ਅਸੀਂ ਇਸ ਗੱਲ ਨੂੰ ਤਾਂ ਕਿਤੇ ਨਾ ਕਿਤੇ ਹੰਗਾਰਾ ਭਰ ਸਕਦੇ ਹਾਂ ਵੀ ਆਪਣਾ ਵਪਾਰ ਆਪਣਾ ਜ਼ਰੂਰੀ ਹੈ, ਆਪਾਂ ਦੁਨੀਆ ਤੋਂ ਵੱਖਰੇ ਨਹੀਂ ਰਹਿ ਸਕਦੇ ਵੀ ਆਪਾਂ ਸਾਰੇ ਰਸਤੇ ਬੰਦ ਕਰ ਦਈਏ। ਦੁਨੀਆ ਦੇ ਨਾਲ ਵਪਾਰ ਵੀ ਜ਼ਰੂਰੀ ਹੈ ਤੇ ਉਹਨਾਂ ਦੇ ਨਾਲ ਸਾਂਝ ਵੀ ਜ਼ਰੂਰੀ ਹੈ। ਅਸੀਂ ਵੇਚਣਾ ਵੀ ਹੈ, ਲੈਣਾ ਵੀ ਹੈ। ਸਾਡੀਆਂ ਜਿਵੇਂ ਤੇਲ ਦੀਆਂ ਲੋੜਾਂ ਨੇ ਜਾਂ ਅਸੀਂ ਦੇਸ਼ 'ਚ ਜਿਹੜਾ ਕੋਈ ਅਨਾਜ ਜਾਂ ਜੋ ਵੀ ਚੀਜ਼ਾਂ ਹੁੰਦੀਆਂ ਉਹ ਬਾਹਰ ਵੇਚਣੀਆਂ ਲਿਜਾ ਕੇ, ਉਸ ਵਪਾਰ ਦੇ ਵਿੱਚ ਸਮਝੌਤਾ ਤਾਂ ਹੁਣ ਚਾਈਨਾ ਨੇ ਵੀ ਸਾਈਨ ਕੀਤਾ। ਉਸ ਦੀ ਜਿਹੜੀ ਮਤਲਬ ਕਿ ਘੇਰੇਬੰਦੀ ਹੈ ਜਾਂ ਉਹਦੇ ਕਾਨੂੰਨ ਹੈ, ਉਹ ਕਿੱਥੋਂ ਤੱਕ ਉਹਨਾਂ ਨੂੰ ਦਖਲਅੰਦਾਜ਼ੀ ਕਰਨ ਦੀ ਇਜਾਜ਼ਤ ਦੇ ਰਹੇ ਨੇ। ਉਹਨਾਂ ਦੀਆਂ ਕੰਪਨੀਆਂ, ਉਹਨਾਂ ਦਾ ਸਾਰਾ ਪਬਲਿਕ ਕਾਰੋਬਾਰ ਕੀ ਉਹ ਇਸ ਤਰ੍ਹਾਂ ਫੜਾਈ ਜਾ ਰਹੇ ਨੇ। ਇੱਕ ਤਾਂ ਦੇਸ਼ ਦੇ ਵਿੱਚ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਥਾਂ ਥਾਂ 'ਤੇ ਦੌਰੇ ਕਰਦਾ ਫਿਰਿਆ ਹੈ ਵੀ ਅਸੀਂ ਪੈਸਾ ਬਾਹਰੋਂ ਲਿਆ ਰਹੇ ਹਾਂ, ਪੈਸਾ ਲਵਾਉਣਾ ਹੈ। ਦੂਜੇ ਪਾਸੇ ਉਹ ਦੇਸ਼ ਦੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਅਡਾਨੀ ਬਾਨੀ, ਉਹਨਾਂ ਨੂੰ ਸਾਡੀਆਂ ਕੋਆਪਰੇਟਿਵ ਦੇ ਵਿੱਚੋਂ ਵੀ ਕੱਟ ਲਾ ਕੇ ਇਹਨਾਂ ਨੇ ਪਿਛਲੇ ਸਮੇਂ 'ਚ ਕੋਆਪਰੇਟਿਵ ਸਿਸਟਮ ਹੈ ਜਿਹੜਾ ਸਾਡਾ, ਜਿਨ੍ਹਾਂ ਦੇ ਬੈਂਕਾਂ ਨੇ ਸਾਡੀਆਂ ਸਾਨੂੰ ਲੋਨ ਦਿੰਦੇ ਕਿਸਾਨ ਨੂੰ, ਉਹਦੇ ਤੇ ਕੱਟ ਲਾ ਕੇ ਬਹੁਤ ਵੱਡਾ ਪੈਸਾ ਅਡਾਨੀ ਨੂੰ ਦਿੱਤਾ ਹੈ ਆਸਟ੍ਰੇਲੀਆ ਦੀਆਂ ਕੋਲਾ ਖਾਨਾਂ ਦੇ ਵਿੱਚ ਲਾਉਣ ਦੇ ਵਾਸਤੇ। ਤੇ ਇੱਕ ਪਾਸੇ ਠੂਠਾ ਫੜ ਕੇ ਆਪ ਮੰਗਦੇ ਤੁਰੇ ਫਿਰਦੇ ਹੈ। ਦੇਸ਼ ਦੇ ਸਨਅਤਕਾਰ ਬਾਹਰ ਪੈਸਾ ਲਾ ਰਹੇ ਹੈ। ਸਾਨੂੰ ਤਾਂ ਕਹਾਣੀ ਦੀ ਸਮਝ ਨਹੀਂ ਆ ਰਹੀ। ਫਿਰ ਪਬਲਿਕ ਅਦਾਰੇ ਹੈ ਜਿਹੜੇ ਵੱਡੇ ਬੜੇ ਸਫਲਤਾਪੂਰਵਕ ਚੱਲ ਰਹੇ ਆ। ਦੇਸ਼ ਦਾ ਸਭ ਤੋਂ ਵੱਡਾ ਅਦਾਰਾ ਜਿਹੜਾ ਪਹਿਲਾਂ ਜਿਹਦਾ ਬਜਟ ਵੀ ਵੱਖਰਾ ਹੁੰਦਾ ਸੀ, ਰੇਲਵੇ ਬਜਟ, ਉਹ ਰੇਲਵੇ ਬਜਟ ਤੇ ਰੇਲਵੇ ਦਾ ਮੁਨਾਫੇ ਵਾਲਾ ਅਦਾਰਾ ਸੀ ਜਿਹੜਾ, ਇਹ ਤਾਂ ਉਹਨੂੰ ਵੀ ਵੇਚਣ ਦੇ ਰਾਹ ਤੁਰ ਪਏ। ਲੋੜ ਤਾਂ ਇਸ ਗੱਲ ਦੀ ਸੀ ਵੀ ਰੇਲਵੇ ਦੇ ਵਿੱਚ ਜਿਹੜੀਆਂ ਕੋਈ ਮੁਸ਼ਕਲਾਂ ਆ ਰਹੀਆਂ ਨੇ, ਸਾਫ਼ ਸਫਾਈ ਦੀਆਂ, ਮੁਸਾਫਰ ਵੱਧ ਰਹੇ ਨੇ, ਰੇਲ ਗੱਡੀਆਂ ਜ਼ਿਆਦਾ ਚਲਾਉਂਦੀਆਂ, ਰੇਲਵੇ ਲਾਈਨਾਂ ਹੋਰ ਵਿਛਾਉਣ ਦੀਆਂ, ਉਹਦਾ ਵਿਸਤਾਰ ਕੀਤਾ ਜਾਂਦਾ। ਇਹ ਉਸ ਨੂੰ ਵੀ ਵੇਚਣ ਤੇ ਤੁਰੇ ਹੋਏ ਨੇ। ਫਿਰ ਬਹੁਤ ਸਾਰੇ ਇਹੋ ਜਿਹੇ ਅਦਾਰੇ ਨੇ ਜਿਨ੍ਹਾਂ ਨੂੰ ਜਾਣ ਬੁੱਝ ਕੇ ਘਾਟੇ ਵੱਲ ਲਿਜਾਇਆ ਗਿਆ, ਉਹੋ ਜਿਹੀਆਂ ਪਾਲਿਸੀਆਂ ਘੜੀਆਂ ਗਈਆਂ ਤੇ ਉਹਨੂੰ ਵੇਚਣ ਦੇ ਰਾਹ ਤੁਰ ਪਏ। ਜੇ ਇਹਨਾਂ ਨੇ ਸਮਝੌਤਾ ਕਰ ਲਿਆ ਸੀ WTO, ਤਾਂ ਉਹਦੇ ਤੇ ਪਹਿਰਾ ਦੇਣਾ ਵੀ ਇਹਨਾਂ ਦਾ ਫਰਜ਼ ਹੈ। ਇੱਕ ਪਾਸੇ ਜਿਹੜੇ ਦੇਸ਼ ਇਹਦੇ 'ਚ ਸ਼ਾਮਲ ਨੇ, WTO ਦੀ ਗੱਲ ਕਰ ਰਹੇ ਹੋ ਕਿ ਉੱਥੋਂ ਜਿਸ ਤਰ੍ਹਾਂ ਦੀ ਨੀਤੀ ਘੜੀ ਜਾਂਦੀ ਹੈ ਲਾਗੂ ਹਰ ਦੇਸ਼ ਦੇ ਵਿੱਚ ਕਰ ਦਿੱਤੀ ਜਾਂਦੀ ਹੈ ਜਿੱਥੇ ਉਹਨਾਂ ਦਾ ਦਿਲ ਕਰਦਾ। ਤੁਸੀਂ ਇਸ ਗੱਲ ਤੇ ਸਵਾਲ ਚੁੱਕਿਆ, ਪਰ ਖੇਤੀ ਨੂੰ ਬਚਾਉਣ ਦੇ ਲਈ, ਜ਼ਮੀਨ ਨੂੰ ਬਚਾਉਣ ਦੇ ਲਈ ਤਾਂ ਤੁਸੀਂ ਕਹਿੰਦੇ ਹੋ ਅਸੀਂ ਲੜਾਈ ਲੜ ਰਹੇ ਹਾਂ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿੰਦੇ ਆ ਤਾਂ ਜ਼ਮੀਨ ਦਾ ਤਾਂ ਕੰਟਰੈਕਟ ਹੋਣਾ ਹੀ ਨਹੀਂ, ਜਿਹੜੀ ਉਗਣੀਆਂ ਫਸਲ ਉਹ ਵਪਾਰੀਆਂ ਦਾ ਤੇ ਕਿਸਾਨਾਂ ਦਾ ਹੋਣਾ ਹੈ, ਤਾਂ ਜ਼ਮੀਨ ਨੂੰ ਖਤਰਾ ਨਹੀਂ ਆ, ਵਰਗਲਾਇਆ ਜਾ ਰਿਹਾ ਸਾਰਿਆਂ ਨੂੰ। ਦੇਖੋ ਇੱਕ ਗੱਲ ਇਹ ਵੀ ਇਹ ਝੂਠਾਂ ਦੀ ਸਰਕਾਰ ਹੈ। ਜਿਵੇਂ ਮੈਂ ਕੱਲ ਪਰਸੋਂ ਵੀ ਤੁਹਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਵੀ ਇਹਨਾਂ ਦੇ ਝੂਠ ਵਾਸਤੇ ਕੋਈ ਹੋਰ ਸ਼ਬਦ ਘੜਨੇ ਪੈਣਗੇ ਸਾਨੂੰ, ਵੀ ਇਹ ਝੂਠ ਤੇ ਝੂਠ ਬੋਲ ਰਿਹਾ। ਨਰਿੰਦਰ ਤੋਮਰ ਮੀਟਿੰਗਾਂ ਦੇ ਅੰਦਰ ਇਹ ਮੰਨ ਚੁੱਕਿਆ ਹੈ, ਕਿਸਾਨ ਜਥੇਬੰਦੀਆਂ ਨਾਲ ਜਿਹੜੀਆਂ ਹੋਈਆਂ 11 ਵਾਰੀ ਦੀ ਵਾਰਤਾ ਹੋਈ ਹੈ, ਵੀ ਇਹ ਕਾਨੂੰਨ ਗਲਤ ਹੈ, ਇਹਨਾਂ 'ਚ ਬਹੁਤ ਗਲਤੀਆਂ ਰਹਿ ਗਈਆਂ ਸਾਥੋਂ, ਅਸੀਂ ਸੋਧਾਂ ਕਰਵਾ ਲਓ। ਤੁਸੀਂ ਸਾਨੂੰ ਵਾਰੀ ਇਹ ਕਹਿੰਦੇ ਰਹੇ ਵੀ ਆਹ ਵੀ ਕਰ ਦਿੰਦੇ, ਆਹ ਵੀ ਕਰ ਦਿੰਦੇ, ਆਹ ਵੀ ਸੋਧ ਕਰ ਦਿੰਦੇ ਆ, ਪਰ ਪਾਰਲੀਮੈਂਟ ਦੇ ਅੰਦਰ ਝੂਠ ਬੋਲ ਰਿਹਾ। ਜਿਹੜਾ ਸੰਵਿਧਾਨ ਦਾ ਮੰਦਰ ਹੈ ਇੱਕ, ਉੱਥੇ ਝੂਠ ਬੋਲ ਰਿਹਾ, ਤਾਂ ਇਹਨਾਂ ਦਾ ਤਾਂ ਰੱਬ ਹੀ ਰਾਖਾ। ਤੇ ਇਸ ਗੱਲ ਕਰਕੇ ਇੱਕ ਗੱਲ ਤਾਂ ਇਹ ਹੈ ਵੀ ਇਹ ਝੂਠ ਦੀ ਸਰਕਾਰ ਹੈ। ਬਿਲਕੁਲ ਆਪਣੇ ਜਿਹੜੇ ਲੋਕਾਂ ਦੇ ਮੁੱਦੇ ਹੈ ਉਹਨਾਂ ਨੂੰ ਡਾਈਵਰਟ ਕਰਨ ਦੀ ਖਾਤਰ ਆਪਦੇ ਪ੍ਰਚਾਰ ਰਾਹੀਂ, ਆਪਦੇ ਝੂਠ ਰਾਹੀਂ ਲਗਾਤਾਰ ਇਹ ਪਹਿਲੇ ਦਿਨ ਤੋਂ ਯਤਨ ਕਰ ਰਹੀ ਹੈ। ਜਿੱਥੋਂ ਤੱਕ ਆਰਥਿਕ ਨੀਤੀਆਂ ਦੀ ਗੱਲ ਹੈ, ਜਿਹੜਾ WTO ਦੁਨੀਆ ਦੇ ਵਿੱਚ ਲਾਗੂ ਹੋਇਆ, ਉੱਥੇ ਅਮਰੀਕਾ ਵਰਗੇ ਦੇਸ਼ ਆ ਜਿਹੜੇ, ਉਹ ਇਹਨਾਂ ਨੂੰ, ਉਹਨਾਂ ਦੇ ਕਾਰਪੋਰੇਟ ਘਰਾਣੇ ਇਹਨਾਂ ਤੋਂ ਇਹ ਨੀਤੀਆਂ ਲਾਗੂ ਕਰਵਾ ਰਹੇ ਨੇ ਜਿਹੜੀਆਂ ਉਹਨਾਂ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਬਹੁਤੇ ਸਾਲ ਪਹਿਲਾਂ ਕੀਤੀਆਂ ਤੇ ਕਿਸਾਨੀ ਨੂੰ ਖਤਮ ਕੀਤਾ, ਉਹਨਾਂ ਨੂੰ ਸੜਕਾਂ ਤੇ ਲਿਆਂਦਾ ਹੈ। ਤੇ ਪਰ ਇੱਕ ਪਾਸੇ ਜਿਹੜੀ ਉਹਨਾਂ ਦੀ ਵੱਡੀ ਮਤਲਬ ਕਾਰਪੋਰੇਟ ਖੇਤੀ ਹੈ, ਉਹਨੂੰ ਉਹ ਵੱਡੀਆਂ ਸਬਸਿਡੀਆਂ ਦੇ ਰਹੇ ਨੇ। ਸਾਡੇ ਦੇਸ਼ 'ਚ ਜਿਹੜੀ ਕਿਸਾਨੀ ਦੀ ਸਬਸਿਡੀ ਹੈ ਉਹ ਤਾਂ 1-2% ਦੇ ਆਸੇ-ਪਾਸੇ ਘੁੰਮਦੀ ਫਿਰਦੀ ਹੈ। ਸਾਥੋਂ ਦਾ ਜਿੰਨਾ ਮੁਨਾਫਾ ਖੇਤੀ ਦਾ ਉਹ ਵੀ ਨਹੀਂ ਦਿੱਤਾ ਜਾ ਰਿਹਾ, ਉਹ ਬਾਈਟ 'ਚ ਰੱਖਿਆ ਨਹੀਂ ਜਾ ਰਿਹਾ। ਤੇ ਦੂਜੇ ਪਾਸੇ ਅਮਰੀਕਾ ਤੇ ਜਾਪਾਨ ਵਰਗੇ ਜਿਹੜੇ ਦੇਸ਼ ਹੈ ਉਹਨਾਂ ਤੇ 70-70, 80-80% ਸਬਸਿਡੀਆਂ ਖੇਤੀ ਨੂੰ ਦੇ ਰਹੇ ਨੇ ਉਹ, ਤੇ ਸਾਡੇ ਜਿਹੜੀ ਕੋਈ 2-4% ਮਿਲਦੀ ਆ ਉਹ ਵੀ ਖਤਮ ਕਰਨ ਦੇ ਕੰਢੇ ਹੋਈ ਪਈ ਹੈ। ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਆ, ਸਮਾਂ ਤੁਹਾਡੇ ਕੋਲ ਵੀ ਘੱਟ ਆ, ਤੁਸੀਂ ਸਟੇਜ ਤੇ ਜਾ ਕੇ ਤਕਰੀਰਾਂ ਵੀ ਕਰਨੀਆਂ ਹੁੰਦੀਆਂ, ਇੱਕੋ ਸਵਾਲ ਦਾ ਜਵਾਬ ਦਿਓ ਕਿ ਕਿਸਾਨ ਅੰਦੋਲਨ ਦੇ ਅੰਦਰ ਜਿਹੜੀ ਅਗਵਾਈ ਚੱਲ ਰਹੀ ਹੈ, ਜਿਹੜੇ ਕਿਸਾਨ ਆਗੂਆਂ ਤੇ ਵੱਡੀ ਜ਼ਿੰਮੇਵਾਰੀ ਹੈ, ਉਹ ਨਿਭਾਉਣ ਵਿੱਚ ਚੁਣੌਤੀਆਂ ਕਿਹੜੀਆਂ ਨੇ, ਪਾਰ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ? ਦੇਖੋ ਅੰਦੋਲਨ ਹੈ ਜਿਹੜਾ ਇਹ ਹੁਣ ਦੁਨੀਆ ਪੱਧਰ ਦਾ ਅੰਦੋਲਨ ਹੋ ਗਿਆ, ਬਹੁਤ ਵੱਡਾ ਅੰਦੋਲਨ ਹੈ। ਜਿਵੇਂ ਅੰਦੋਲਨ ਵੱਧ ਰਿਹਾ ਹੈ ਉਵੇਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਹੈ ਉਹਦੇ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਆ ਗਈਆਂ ਨੇ। ਉਹਨਾਂ ਨੂੰ ਚਿੰਤਨ ਕਰਨ ਦੀ ਲੋੜ ਹੈ, ਉਹਨਾਂ ਨੂੰ ਵਿਚਾਰਨ ਦੀ ਲੋੜ ਹੈ ਵੀ ਅਸੀਂ ਇਸ ਅੰਦੋਲਨ ਦੇ ਵਿੱਚ ਹੋਰ ਲੋਕਾਂ ਨੂੰ ਕਿਵੇਂ ਲੈ ਕੇ ਆਉਣਾ ਹੈ। ਇਹਨੂੰ ਜਨ ਦਾ ਅੰਦੋਲਨ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਵੱਡੀ ਪੱਧਰ ਤੇ ਲੋਕ ਉੱਠ ਕੇ ਆ ਰਹੇ ਨੇ, ਕੁਝ ਆਪਣੇ ਰਾਜਧਾਨੀਆਂ 'ਚ ਅੰਦੋਲਨ ਕਰ ਰਹੇ ਨੇ, ਜਿਹੜੇ ਦੂਰ ਬਾਰੇ ਨੇ ਜ਼ਿਲ੍ਹਾ ਪੱਧਰਾਂ ਦੇ ਅੰਦੋਲਨ ਕਰ ਰਹੇ ਨੇ। ਤੇ ਅਸੀਂ ਕੇਂਦਰ ਸਰਕਾਰ ਨੂੰ
ਇਹਦੇ ਆਖਰੀ ਲੜਾਈ ਤੱਕ ਜਦੋਂ ਗੋਡਨਿਆਂ ਪਰਨੇ ਕਰਨ ਤੱਕ ਸਾਨੂੰ ਕੀ ਕੀਤਾ ਜਾਣਾ ਚਾਹੀਦਾ, ਸਾਡੀਆਂ ਸਮਰਥਾਵਾਂ ਤੇ ਸਾਡੇ ਮਿੱਤਰਾਂ ਤੇ ਦੁਸ਼ਮਣਾਂ ਦੀ ਪਛਾਣ ਵੀ ਸਾਡੇ ਕਿਹੜੇ ਕਿੱਡਾ ਵੱਡਾ ਦੁਸ਼ਮਣ ਹੈ, ਕਿਹਦੇ ਨਾਲ ਸਾਡੀ ਲੜਾਈ ਹੈ ਤੇ ਸਾਡੇ ਮਿੱਤਰ ਕੌਣ ਕੌਣ ਨੇ। ਤੇ ਸਰਕਾਰ ਦੁਆਰਾ ਦੁਸ਼ਮਣਾਂ ਦੁਆਰਾ ਇਹਦੇ ਅੰਦਰ ਪਲਾਂਟ ਕੀਤੇ ਗਏ, ਜਿਵੇਂ ਪਿਛਲੀ 26 ਜਨਵਰੀ ਦੀ ਘਟਨਾ ਸੀ। ਮੈਂ ਵਾਰੀ ਨਾ ਤਾਂ ਨਹੀਂ ਦੁਹਰਾਊਂਗਾ, ਕੋਈ ਐਡੀ ਮਤਲਬ ਕਿ ਇਹ ਗੱਲ ਨਹੀਂ ਹੁੰਦੀ ਵਾਰੀ ਕਿਉਂਕਿ ਸਾਰਾ ਸੱਚ ਲੋਕਾਂ ਦੇ ਸਾਹਮਣੇ ਆ ਗਿਆ। ਇੱਕ ਅਨਪੜ੍ਹ ਬੰਦਾ ਜਦੋਂ ਮੈਨੂੰ ਆਟੋ ਤੇ ਸਫ਼ਰ ਕਰਦੇ ਨੂੰ ਇਹ ਕਹਿੰਦਾ ਹੈ ਵੀ ਜੇ ਤੋ ਸਰਦਾਰ ਜੀ ਆਪਕੋ ਬਦਨਾਮ ਕਰਨੇ ਕੇ लिए किया गया ਸਰਕਾਰ ਨੇ ਸਭ ਕੁਝ, ਤਾਂ ਮੈਂ ਸਮਝ ਗਿਆ ਵੀ ਲੋਕਾਂ ਨੂੰ ਪਤਾ ਲੱਗ ਗਿਆ ਲੋਕ ਗੂੰਗੇ ਕਮਲੇ ਨਹੀਂ। ਇਹਨਾਂ ਹਾਲਤਾਂ ਦੇ ਵਿੱਚ ਅੱਗੇ ਤੋਂ ਇਹ ਜਿਹੀਆਂ ਘਟਨਾਵਾਂ ਨਾ ਵਾਪਰਨ, ਸਾਡੀ ਜਨਸ਼ਕਤੀ ਹੈ ਜਿਹੜੀ ਸਾਡੇ ਨਾਲ ਉਹ ਇਕਮੁੱਠ ਹੋ ਕੇ ਚੱਲੇ ਤੇ ਇਹਨਾਂ ਦੇ ਹਾਲਤਾਂ ਦੇ ਵਾਸਤੇ ਅਸੀਂ ਕੀ ਲੈ ਕੇ ਦੇਣਾ ਹੈ। ਇੱਕ ਆਗੂ ਹੈ ਜਿਹੜਾ ਉਹਦੀ ਸਮਰੱਥਾ ਤਾਂ ਉਹਦੇ ਅੰਦੋਲਨ ਤੋਂ ਬਾਅਦ ਉਹਦੀ ਜਿਹੜੀ ਮਤਲਬ ਕਿ ਅਸੀਂ ਕਵਾਂਗੇ ਵੀ ਉਹ ਲੋਕ ਵੀ ਸਵਾਲ ਕਰਦੇ ਆ ਨਾ, ਜ਼ਿੰਮੇਵਾਰੀ ਹਰ ਇੱਕ ਦੀ ਤੈਅ ਆ, ਭਾਵੇਂ ਕਿਸਾਨ ਆਗੂ ਹੋਣ ਚਾਹੇ ਥੱਲੇ ਬੈਠ ਕੇ ਸੁਣਨ ਵਾਲੇ ਕਿਸਾਨ ਹੋਣ, ਹਰੇਕ ਦੇ ਜਿਹੜੇ ਫਰਜ਼ ਨੇ ਪੂਰੇ ਹੋਣਗੇ ਤਾਂ ਹੀ ਉਹ ਫੁੱਲ ਪਾਉਣਗੇ ਫੁੱਲਾਂ ਦੇ ਹਾਰ, ਨਹੀਂ ਤਾਂ ਉਹ ਸਵਾਲ ਤਾਂ ਕਰਨਗੇ ਹੀ ਕਰਨਗੇ। ਜਿਹੜੇ ਸਾਡਾ ਜੀ ਕਰਦਾ ਵੀ ਲੋਕ ਸਾਡੇ ਫੁੱਲਾਂ ਦੇ ਹਾਰ ਪਾਉਣ ਤੇ ਅਸੀਂ ਬਿੱਲ ਰੱਦ ਕਰਵਾ ਕੇ ਵਾਪਸ ਜਾਈਏ। ਇਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ। ਸਰਕਾਰ ਨੈਗੋਸ਼ੀਏਸ਼ਨ ਦੇ ਮਾਮਲੇ ਤੇ ਸਾਨੂੰ ਬਦਨਾਮ ਕਰ ਰਹੀ ਹੈ ਵੀ ਅਸੀਂ ਇਹਨਾਂ ਨੂੰ ਪ੍ਰਪੋਜ਼ਲ ਦੇਤੀ, ਅਸੀਂ ਪ੍ਰਪੋਜ਼ਲ ਤੇ ਵਿਚਾਰ ਕਰਨਾ ਜਾਂ ਨਹੀਂ ਕਰਨਾ। ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਜਥੇਬੰਦੀਆਂ ਨੂੰ, ਇਹ ਬੜਾ ਪ੍ਰੀਖਿਆ ਦੀ ਘੜੀ ਹੈ ਤੇ ਸਾਡੀ ਕਾਰਜਕੁਸ਼ਲਤਾ ਇਸ ਤੇ ਨਿਰਭਰ ਕਰਦੀ ਹੈ ਵੀ ਜਿੱਡਾ ਕਿ ਸਾਡਾ ਅੰਦੋਲਨ ਹੋ ਗਿਆ ਤੇ ਉਸ ਅੰਦੋਲਨ ਦੇ ਹਿਸਾਬ ਨਾਲ ਅਸੀਂ ਸਰਕਾਰ ਨੂੰ ਕਿੱਥੋਂ ਤੱਕ ਮਨਾ ਸਕੇ ਹੈ ਜਾਂ ਕਿੰਨਾ ਕੁ ਮਨਾਵਾਂਗੇ, ਕੀ ਸਾਡਾ ਅੰਦੋਲਨ ਹੈ ਜਿਹੜਾ ਆਉਣ ਵਾਲੇ ਦਿਨਾਂ 'ਚ ਇਸ ਟੈਂਪੂ ਕਾਇਮ ਰੱਖ ਸਕੂਗਾ। ਇਹ ਸਾਰੀਆਂ ਗੱਲਾਂ ਹੈ, ਇਹ ਸਾਨੂੰ ਵਿਚਾਰਨੀਆਂ ਪੈਣਗੀਆਂ। ਇਹ ਕੋਈ ਗੂੰਗੇ ਅੱਖਾਂ ਮੀਚ ਕੇ ਇੱਥੇ ਢੁੱਡ ਮਾਰਨ ਵਾਲੀ ਗੱਲ ਨਹੀਂ ਵੀ ਅੱਖਾਂ ਮੀਚ ਕੇ ਢੁੱਡ ਮਾਰ ਗਏ। ਇਹ ਜੇਕਰ ਇਹ ਲੀਡਰਸ਼ਿਪ ਨਹੀਂ ਵਿਚਾਰੂਗੀ ਤਾਂ ਉਹਦੀ ਇਤਿਹਾਸਕ ਗਲਤੀ ਹੋਊਗੀ। ਨਾਟ ਸਾਹਿਬ ਤੁਸੀਂ ਐਂ ਵਿਚਾਰ ਸਾਂਝੇ ਕੀਤੇ ਆ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ। ਇਹ ਸਨ ਸਾਡੇ ਨਾਲ ਕਿਸਾਨ ਆਗੂ ਬਲਕਰਨ ਸਿੰਘ ਬਰਾੜ, ਜਿਨ੍ਹਾਂ ਤੋਂ ਅਸੀਂ ਜ਼ਿੰਮੇਵਾਰੀ ਦਾ ਸਵਾਲ ਜਦੋਂ ਕੀਤਾ ਕਿ ਆਖਰਕਾਰ ਕਿਸਾਨ ਆਗੂਆਂ ਦੀਆਂ ਜਿਹੜੀਆਂ ਅਹਿਮ ਜ਼ਿੰਮੇਵਾਰੀਆਂ ਨੇ ਉਹ ਨਿਭਾਉਣ ਵਿੱਚ ਕਿੰਨੇ ਕੁ ਕਾਮਯਾਬ ਹੋ ਰਹੇ ਆ, ਤਾਂ ਉਹਨਾਂ ਨੇ ਜੋ ਤੁਹਾਡੇ ਨਾਲ ਗੱਲਾਂ ਤੁਹਾਡੇ ਸਾਹਮਣੇ ਕਹੀਆਂ, ਤੁਹਾਡੇ ਸਾਰਿਆਂ ਦੇ ਸਾਹਮਣੇ ਨੇ। ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਤੇ ਹਰ ਇੱਕ ਬੰਦੇ ਨੂੰ ਸਵਾਲ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਫਰਜ਼ ਸਮੇਂ-ਸਮੇਂ ਤੇ ਸਹੀ ਸਮੇਂ ਸਿਰ ਤੇ ਨਿਭਾਉਂਦਾ ਰਹੇ। ਕੈਮਰਾਮੈਨ ਸੁਖਦੇਵ ਦੇ ਨਾਲ ਸੰਦੀਪ ਲਾਦੂਕਾ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।